औरत ਨੂੰ ਕਿਹਾ ਜਾਂਦਾ ਬੇਟੀ तुम्हारा ये घर ही नहीं है ਇਹ ਕਿਹਾ ਜਾਂਦਾ ਨਾ ਕਿ ਬੇਟੀ ਮਤਲਬ ਬੇਟੀ ਦਾ ਕੋਈ ਘਰ ਹੀ ਨਹੀਂ ਇੱਥੋਂ ਵੀ ਆਏਗੀ ਉੱਥੇ ਮਰਦ ਨੇ ਕਿਹਾ ਬਈ ਤੂੰ ਨਿਕਲ ਮੈਂ ਦੂਸਰੀ ਲਿਆਣੀ ਹੈ ਉੱਥੋਂ ਵੀ ਕਰ ਗਿਆ। ਮੈਂ ਤਾਂ ਕਹਿਣਾ ਚਾਹਨੀ ਆ ਕਿ ਔਰਤ ਨੂੰ ਜੇ ਤੁਸੀਂ ਬੱਚੀ ਨੂੰ ਵਿਆਹ ਦਿਓ ਤੇ ਉਹਨੂੰ ਜਹੇਜ਼ ਦੇਣ ਤੋਂ ਬਜਾਏ ਉਹਨੂੰ ਇੱਕ ਘਰ ਦੇ ਦਿਓ। ਜਿਹੜੀ ਮੇਰੀ ਦਿਲੀ ਖਾਹਿਸ਼ ਹੈ ਕਿ ਤੁਸੀਂ ਉਹਨੂੰ ਜਹੇਜ਼ ਦਾ ਟਰੱਕ ਭਰ ਕੇ ਨਾ ਦਿਓ, ਤੁਸੀਂ ਉਹਨੂੰ ਇੱਕ ਘਰ ਬਣਾ ਕੇ ਦਿਓ ਤਾਂ ਕਿ ਉਹ ਸ਼ੋਹਰ ਦੇ ਹੱਥੋਂ ਵੀ ਮਹਿਫੂਜ਼ ਰਵੇ, ਉਸ ਜ਼ਾਲਮ ਸੱਸ ਦੇ ਹੱਥੋਂ ਵੀ ਮਹਿਫੂਜ਼ ਰਵੇ। ਜਦੋਂ ਉਹਦੇ ਨਾਲ ਕੋਈ ਇਸ ਤਰ੍ਹਾਂ ਦੀ ਕੋਈ ਤਕਲੀਫ ਆਵੇ ਤਾਂ ਆਪਣੇ ਘਰ 'ਚ ਬੈਠੇ। ਤੁਸੀਂ ਇਤਫਾਕ ਕਰੋਗੇ ਮੇਰੀ ਗੱਲ ਨਾਲ ਕਿਤੇ ਨਾ ਕਿਤੇ ਸੋਚ ਕੇ, ਕਿਉਂਕਿ ਅੱਜ ਕੱਲ ਅਸੀਂ ਦੇਖ ਰਹੇ ਹਾਂ ਕਿ ਬਹੂਆਂ ਨਾਲ ਬੜੀ ਸਖਤ ਜ਼ਿਆਦਤੀ ਹੋ ਰਹੀ ਹੈ, ਜੇ ਆਪਣੀ ਫੈਮਿਲੀ 'ਚ ਦਿਓ ਤਾਂ ਵੀ, ਜੇ ਬਾਹਰ ਦਿਓ ਤਾਂ ਵੀ। ਅੱਛਾ ਡਾਕਟਰ ਸਾਹਿਬ ਸਾਨੂੰ ਇਹ ਵੀ ਜ਼ਰਾ ਦੱਸੋ, ਅਸੀਂ ਵੇਖਨੇ ਸਾਂ ਕਿ ਇੱਕ ਦੌਰ ਹੁੰਦਾ ਸੀ ਜਦੋਂ ਕੁੜੀਆਂ ਦੀ ਪੈਦਾਇਸ਼ ਤੇ ਨਾ ਮਾਂ ਪਿਓ ਇੰਨੇ ਖੁਸ਼ ਨਹੀਂ ਸਨ ਹੁੰਦੇ ਕਿ ਜੀ ਕੁੜੀ ਹੋਈ ਜਾ ਰਹੀ ਹੈ ਬੈਕ ਟੂ ਬੈਕ, ਇਹ ਵੀ ਮਸਲਾ ਹੁੰਦਾ ਸੀ। ਅੱਜ ਦੇ ਦੌਰ ਵਿੱਚ ਤੁਸੀਂ 2025 ਦੀ ਅਸੀਂ ਗੱਲ ਕਰੀ, ਕੀ ਵੇਖ ਰਹੇ ਹੋ ਕਿ ਲੋਕੀ ਜਦੋਂ ਆਉਂਦੇ ਨੇ ਤੁਹਾਡੇ ਕੋਲ ਤੇ ਕੁੜੀਆਂ ਦਾ ਕੋਈ ਅਜੇ ਵੀ ਇਸ਼ੂ ਹੈ ਵੀ ਜਾਂ ਹੁਣ ਨਹੀਂ ਕੋਈ ਮਾੜਾ ਸਮਝਿਆ ਜਾਂਦਾ? ਉਹ ਇਸ਼ੂ ਜਿਹੜਾ ਪੁਰਾਣਾ ਚੱਲ ਰਿਹਾ ਸੀ ਦੌਰ ਦਾ ਉਹ ਅੱਜ ਵੀ ਹੈ। ਅੱਜ ਵੀ ਪਤਾ ਨਹੀਂ ਕੀ ਮਸਲਾ ਹੈ, ਲੋਕਾਂ ਨੂੰ ਕੁੜੀ ਨੂੰ ਪਸੰਦ ਹੀ ਨਹੀਂ ਕਰਦੇ। ਮੇਰੇ ਕੋਲ ਇੱਕ ਫੈਮਿਲੀ ਆਈ, ਨਾਂ ਲੈਣਾ ਜ਼ਰੂਰੀ ਨਹੀਂ ਜੀ, ਤੇ ਉਹਨਾਂ ਨੇ ਕੋਈ ਚੌਥਾ ਕਿ ਪੰਜਵਾਂ ਮੰਥ ਸੀ, ਉਹਨੇ ਕਿਹਾ ਜੀ ਅਲਟਰਾਸਾਊਂਡ ਕਰੋ ਤੇ ਦੱਸੋ ਇਹਦੇ ਚ ਕੀ ਹੈ। ਜਦੋਂ ਮੈਂ ਅਲਟਰਾਸਾਊਂਡ ਕੀਤਾ ਤਾਂ ਮੈਨੂੰ ਜਨਾਬ ਟਵਿੰਸ ਬੇਬੀ ਨਜ਼ਰ ਆਏ। ਅੱਛਾ, ਦੋਨੋਂ ਮਾਸ਼ਾਅੱਲਾ ਕੁੜੀਆਂ ਸਨ। ਮਾਸ਼ਾਅੱਲਾ, ਇਹ ਤਾਂ ਅੱਲਾਹ ਤਾਲਾ ਦੀ ਅਤਾ ਹੈ ਨਾ, ਨਿਮਤ ਹੈ। ਤੇ ਉਹ ਕਹਿੰਦੀ ਕਿ ਇਹਦੇ ਚ ਕੀ ਹੈ, ਤੇ ਮੈਂ ਡਾਕਟਰ ਸਾਹਿਬ ਨੇ ਮੈਨੂੰ ਦੇਖਿਆ। ਇਹ ਵਾਲਿਦਾ ਕਹਿ ਰਹੇ ਸਨ ਕਿ ਕੀ ਹੈ? ਉਹਦੀ ਸੱਸ। ਅੱਛਾ, ਉਹਨਾਂ ਦੀ ਸੱਸ ਤੇ ਬਹੂ ਆਏ ਸਨ ਨਾ ਅਲਟਰਾਸਾਊਂਡ ਕਰਾਉਣ। ਤੇ ਮੈਂ ਜਦੋਂ ਉਹਦਾ ਮੂੰਹ ਵੇਖਿਆ ਤੇ ਕਹਿੰਦੀ ਦੱਸ ਇਹਦੇ ਚ ਕੀ ਹੈ। ਤੇ ਹੁਣ ਜਦੋਂ ਮੈਂ ਡਾਕਟਰ ਸਾਹਿਬ ਨੂੰ ਦੇਖਿਆ ਤਾਂ ਉਹਨੇ ਮੈਨੂੰ ਇਸ਼ਾਰਾ ਕੀਤਾ ਕਿ ਤੁਸੀਂ ਨਹੀਂ ਦੱਸਣਾ। ਵੈਸੇ ਵੀ ਜੈਂਡਰ ਦੱਸਣਾ ਹੀ ਨਹੀਂ ਚਾਹੀਦਾ, ਨਾ ਬੇਟਾ ਦੱਸੋ ਤੇ ਨਾ ਬੇਟੀ ਦੱਸੋ। ਕੁਦਰਤ ਤੇ ਕਿਸੇ ਵੀ ਟਾਈਮ ਚੇਂਜ ਹੋ ਸਕਦੀ। ਅਸੀਂ ਝੂਠੇ ਪੈ ਗਏ ਜਨਾਬ, ਮਸ਼ੀਨ ਕਦੋਂ ਤੱਕ ਸੱਚ ਬੋਲੇਗੀ? ਸਹੀ ਗੱਲ ਹੈ। ਬਾਜ਼ ਕਾ ਦੱਸਦੇ ਨੇ ਕਿ ਮੁੰਡਾ ਤੇ ਹੁੰਦੀ ਕੁੜੀ ਹੈ। ਅੱਛਾ, ਉਹ ਦੋ ਕੁੜੀਆਂ ਸਨ ਤੇ ਉਹ ਮੇਰੇ ਕੋਲ ਪੁੱਛਦੀ ਰਹੀ, ਮੈਂ ਕਹਿੰਨੀ ਬੀਬੀ ਮੁਝੇ ਨਜ਼ਰ ਨਹੀਂ ਆ ਰਹਾ। ਤੇ ਕਹਿੰਦੀ ਤੂੰ ਖਾਕ ਦੀ ਡਾਕਟਰ ਤੈਨੂੰ ਦਿਸਦਾ ਹੀ ਨਹੀਂ। ਮੈਂ ਕਿਹਾ ਮੈਨੂੰ ਨਹੀਂ ਦਿਸ ਰਿਹਾ, ਮੈਂ ਕੀ ਕਰਾਂ? ਤੇ ਡਾਕਟਰ ਸਾਹਿਬ ਨੇ ਕਿਹਾ ਇੱਥੋਂ ਨਹੀਂ ਕਰਾਏਗੀ ਕਿ ਤੂੰ ਹੋਰ ਜਾ ਕੇ ਪਤਾ ਕਰ ਲੇਗੀ। ਤੇ ਕੁੜੀ ਦੀ ਪੈਦਾਇਸ਼ ਤੇ ਕੋਈ ਵੀ ਖੁਸ਼ ਨਹੀਂ, ਨਾ ਪਿਛਲੇ ਦੌਰ ਵਿੱਚ ਤੇ ਨਾ ਹੁਣ। ਮਈਤ ਕੁੜੀ ਨੇ ਸੰਭਾਲਣੀ ਹੈ, ਖੁਸ਼ੀ ਕੁੜੀ ਨੇ, ਇੱਜ਼ਤ ਕੁੜੀ ਨੇ ਸੰਭਾਲਣੀ ਹੈ, ਇੱਜ਼ਤ ਕੁੜੀ ਨੇ ਸੰਭਾਲਣੀ ਹੈ। ਤੇ ਪੈਦਾਇਸ਼ ਤੇ ਜਨਾਬ ਮੂੰਹ ਵੀ ਮਾਂ ਪਿਓ ਦਾ ਹੀ ਬਣਦਾ ਤੇ ਲੋਕਾਂ ਦਾ ਬਣਦਾ। ਅੱਛਾ, ਵੈਸੇ ਜਿਹੜਾ ਜਿਹਨਾਂ ਦਾ ਬਣਦਾ ਨਾ ਉਹਨਾਂ ਨੂੰ ਪਤਾ ਨਹੀਂ ਉਹਨਾਂ ਦਾ ਕਿਉਂ ਬਣਦਾ, ਕਿਉਂਕਿ ਮੇਰੇ ਤੇ ਆਪਣੀ ਵਾਲਿਦਾ ਕਹਿੰਦੇ ਸਨ, ਮੈਂ ਵੀ ਹੁਣ ਕੋਈ ਅੱਜ ਦੀ ਪੈਦਾ ਤੇ ਨਾ ਹੋਈ, ਕਿੰਨਾ ਅਰਸਾ ਹੋ ਗਿਆ, ਤੇ ਉਹ ਵੀ ਕੀ ਕਹਿੰਦੇ ਨੇ ਕਿ ਮੈਂ ਚਾਹਤੀ ਹੂੰ ਮੇਰੀ 7 ਬੇਟੀਆਂ। ਠੀਕ ਹੈ, ਤੇ ਐਂ ਦੇ ਲੋਕੀ ਵੀ ਹੈ ਨੇ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਕੁੜੀਆਂ ਚਾਹੀਦੀਆਂ ਨੇ, ਪਸੰਦ ਕਰਦੇ ਨੇ, ਹੈ ਨਾ, ਇਹਨਾਂ ਦੀ ਅਸੀਂ ਐਂ ਦੀ ਫੈਮਿਲੀ ਵੇਖੀਏ। ਅੱਛਾ ਸਬਾਜ਼ ਸਾਹਿਬ, ਸਾਨੂੰ ਇਹ ਦੱਸੋ, ਜਦੋਂ ਅਸੀਂ ਗੱਲ ਕਰਨੇ ਆ ਕਿ ਹਰੈਸਮੈਂਟ ਦੀ, ਅਸੀਂ ਅੱਗੇ ਵੀ ਗੱਲ ਕਰ ਰਹੇ ਸਾਂ, ਹਰੈਸਮੈਂਟ ਬੇਸਿਕਲੀ ਜਿਹਦੀ ਡੈਫੀਨੇਸ਼ਨ ਕਰੀਏ, ਕਿਸ ਸ਼ੈ ਨੂੰ ਤੁਸੀਂ ਹਰੈਸਮੈਂਟ ਬੋਲੋਗੇ? ਤੇ ਕੇਸਿਸ ਦੀ ਜੇ ਗੱਲ ਕਰੀਏ ਤੇ ਕੀ ਵੇਖਦੇ ਹੋ? ਔਰਤਾਂ ਕੰਪਲੇਨ ਕਰਦੀਆਂ ਨੇ ਹਰੈਸਮੈਂਟ ਦੇ ਕੇਸਿਸ ਦੀ? ਕੀ ਰੇਟ ਚੱਲ ਰਿਹਾ ਤੇ ਕੀ ਵੇਖਦੇ? ਜੀ ਹਰਾਸਮੈਂਟ ਬੇਸਿਕਲੀ ਬੜਾ ਵਾਈਡ ਹੈ ਜੀ। ਹਰਾਸਮੈਂਟ ਨੂੰ ਜੋ ਲਾਅ ਡਿਫਾਈਨ ਕਰਦਾ ਹੈ ਜਾਂ ਲਾਅ ਦੇ ਅੰਦਰ ਜੋ ਮੌਜੂਦ ਹੈ, ਹਰਾਸਮੈਂਟ ਇਹ ਵੀ ਹੋ ਸਕਦੀ ਹੈ ਕਿ ਕੋਈ ਬੰਦਾ ਤੁਹਾਨੂੰ ਮੁਸਲਸਲ ਦੇਖ ਰਿਹਾ, ਘੂਰ ਰਿਹਾ ਹੈ, ਸ਼ੇਅਰ ਕਰ ਰਿਹਾ ਹੈ, ਉਹ ਵੀ ਹਰਾਸਮੈਂਟ ਹੈ। ਕੋਈ ਜੁਮਲਾ ਐਸਾ ਪਾਸ ਕਰ ਦੇ ਜਿਹਦੇ 'ਚ ਕੋਈ ਸੈਕਸ਼ੂਅਲ ਯਾਨੀ ਕਮੈਂਟ ਹੋਵੇ, ਉਹ ਵੀ ਹਰਾਸਮੈਂਟ ਹੈ। ਕੋਈ ਤੁਹਾਨੂੰ ਟੱਚ ਕਰੇ ਤੁਹਾਡੀ ਮਰਜ਼ੀ ਦੇ ਖਿਲਾਫ, ਕੌਨਸੈਂਟ ਦੇ ਖਿਲਾਫ, ਕੋਈ ਤੁਹਾਨੂੰ ਯਾਨੀ ਪੁਸ਼ ਕਰੇ ਜਾਂ ਕੋਈ ਐਸਾ ਕੋਈ ਧਮਕੀਆਂ ਵੀ ਦੇਣਾ, ਐਗਜ਼ੈਕਟਲੀ ਗਾਲੀਆਂ ਦੇਣਾ, ਗੰਦੀ ਗੁਫ਼ਤਗੂ ਕਰਨਾ, ਇਹ ਸਾਰੀ ਹਰਾਸਮੈਂਟ ਦੀ ਜਿਹੜਾ ਬਹੁਤ ਸਾਰੀ ਕਾਈਂਡਸ ਨੇ ਹਰਾਸਮੈਂਟ ਦੀ। ਔਰ ਡੈਫੀਨਿਟਲੀ ਅਸੀਂ ਜਿਸ ਸੋਸਾਇਟੀ ਜਿੰਨੀ ਜ਼ਿਆਦਾ ਕੁੜੀਆਂ ਐਮਪਾਵਰਡ ਹੋ ਰਹੀਆਂ ਨੇ ਜਾਂ ਬਾਹਰ ਨਿਕਲ ਕੇ ਕੰਮ ਕਰ ਰਹੀਆਂ ਨੇ, ਉਹਨਾਂ ਜ਼ਿਆਦਾ ਇਸ਼ੂਜ਼ ਸਾਨੂੰ ਜ਼ਿਆਦਾ ਫੇਸ ਕਰਨੇ ਪੈ ਰਹੇ ਨੇ ਕਿ ਬੱਚੀਆਂ ਨੂੰ ਬਹੁਤ ਜ਼ਿਆਦਾ ਹਰਾਸ ਕੀਤਾ ਜਾ ਰਿਹਾ। ਔਰ ਮੁਆਸ਼ਰੇ ਦੀ ਇੱਕ ਸੋਚ ਹੈ ਕਿ ਜੋ ਕੁੜੀ ਘਰੋਂ ਨਿਕਲ ਕੇ ਬਾਹਰ ਆ ਜਾਂਦੀ ਹੈ ਕੰਮ ਕਰਨ, ਉਹਨੂੰ ਤੁਸੀਂ ਛੇੜ ਸਕਦੇ ਹੋ, ਉਹਨੂੰ ਛੇੜ ਸਕਦੇ ਹੋ, ਉਹ ਓਪਨ ਟਾਰਗੇਟ ਹੈ ਤੁਹਾਡੇ ਲਈ। ਔਰ ਤੁਸੀਂ ਉਹਨੂੰ ਛੇੜ ਵੀ ਸਕਦੇ ਹੋ, ਤੁਸੀਂ ਜੋ ਚਾਹੋ, ਯਾਨੀ ਤੁਸੀਂ ਸਮਝੋ ਕਿ ਉਹ ਪ੍ਰੋਪਰਟੀ ਬਣਾ ਸਕਦੇ ਹੋ ਉਹਨੂੰ ਕਿਸੇ ਦੀ ਵੀ। ਹੁਣੇ ਤੱਕ ਇਸ ਦੌਰ ਵਿੱਚ ਵੀ ਇਹ ਮੈਂਟੈਲਿਟੀ ਚੇਂਜ ਨਹੀਂ ਹੋਈ ਲੋਕਾਂ ਦੀ। ਦੇਖੋ ਮੁਖਤਲਿਫ ਕਵਾਨੀਨ ਬਣਾ ਦਿੱਤੇ ਸਾਡੀ ਗਵਰਨਮੈਂਟ ਨੇ ਇੰਟਰਨੈਸ਼ਨਲ ਫੇਸ ਸੇਵਿੰਗ ਲਈ। ਔਰਤਾਂ ਨੂੰ ਦੱਸਿਆ ਕਿ ਜੀ ਅਸੀਂ ਔਰਤਾਂ ਲਈ ਇਹ ਕਵਾਨੀਨ ਬਣਾ ਰਹੇ ਨੇ, ਲੇਕਿਨ ਉਹਦੀ ਇੰਪਲੀਮੈਂਟੇਸ਼ਨ ਇਸ ਤਰ੍ਹਾਂ ਨਹੀਂ ਹੈ ਜਿਸ ਤਰ੍ਹਾਂ ਹੁਣ ਤੁਸੀਂ ਇਹ ਗੱਲ, ਮਸਲਨ ਅਗਰ ਕਿਸੇ ਔਰਤ ਨੂੰ ਤੁਸੀਂ ਕੋਈ ਜੁਮਲਾ ਕੱਸਦੇ ਹੋ ਜਾਂ ਉਹਨੂੰ ਛੇੜਦੇ ਹੋ, ਕੋਈ ਗੱਲ ਕਰਦੇ ਹੋ ਬਾਜ਼ਾਰ ਰਾਹ ਜਾਂਦੇ ਹੋਏ, ਤੇ ਉਹਦੀ ਸਜ਼ਾ ਜ਼ਰੂਰ, ਉਹਦਾ ਕਾਨੂੰਨ ਵਿੱਚ ਸੈਕਸ਼ਨ ਹੈ ਜਿਹਦੇ ਤਹਿਤ ਪਰਚਾ ਵੀ ਹੋ ਜਾਂਦਾ। ਲੇਕਿਨ ਉਹ ਫਿਰ ਰਾਤ ਤੁਸੀਂ ਪਰਚਾ ਕਰਾਓਗੇ, ਸਵੇਰੇ ਬੇਲ ਹੋ ਜਾਏਗੀ, ਜ਼ਮਾਨਤ ਹੋ ਜਾਏਗੀ, ਤੇ ਫਿਰ ਉਹ ਮਾਮਲਾ ਜ਼ਿਆਦਾ ਖ਼ਰਾਬ ਹੋ ਜਾਂਦਾ। ਫਿਰ ਲੋਕ ਜ਼ਿਆਦਾ ਵਿੰਡਿਕਟਿਵ ਹੋ ਜਾਂਦੇ ਨੇ, ਰਿਵੈਂਜਫੁਲ ਹੋ ਜਾਂਦੇ ਨੇ ਲੋਕਾਂ। ਉਹ ਫਿਰ ਇੱਕ ਗੱਲ ਇੱਕ ਸਟੈਪ ਅੱਗੇ ਚਲਾ ਜਾਂਦਾ ਜਿਹਦੇ ਅੰਦਰ ਉਹਨੇ ਮੈਡਮ ਦੱਸ ਰਹੇ ਸੀ ਕਿ ਐਸਿਡ ਥਰੋਇੰਗ ਹੈ,
ਔਰ ਮਤਲਬ ਅਗਰ ਬਹੁਤ ਜ਼ਿਆਦਾ ਸਖਤ ਸਜ਼ਾ ਵੀ ਤੁਸੀਂ ਦੇਖੋ ਤੇ ਤੁਸੀਂ ਅਗਰ ਤੁਹਾਨੂੰ ਯਾਦ ਹੋਵੇ ਕੰਦੀਲ ਬਲੋਚ ਵਾਲਾ ਕੇਸ ਸੀ ਜਿਹਦੇ 'ਚ ਉਹਦਾ ਜਦੋਂ ਮਤਲਬ ਮਰਡਰ ਹੋਇਆ ਉਹਦੇ ਭਰਾ ਨੇ ਉਹਨੂੰ ਔਰ ਕਿਹਾ ਕਿ ਮੈਂ ਗੈਰਤ ਦਾ ਕਤਲ ਹੈ ਔਰ ਫਿਰ ਉਹਦੇ 'ਤੇ ਕਾਨੂੰਨ ਚੇਂਜ ਹੋਇਆ ਕਿ ਉਹਨਾਂ ਨੇ ਕਿਹਾ ਕਿ ਗੈਰਤ ਦਾ ਕਤਲ ਅਗਰ ਕਰਕੇ ਚੂँकि ਪੁੱਤਰ ਸੀ ਔਰ ਮਾਂ-ਬਾਪ ਉਹਦੇ ਮੁਦਈ ਸੀ ਉਸ ਪਰਚੇ ਦੇ ਤੇ ਉਹਨਾਂ ਨੇ ਬਾਅਦ ਵਿੱਚ ਉਹਨੂੰ ਮਾਫ ਕਰ ਦਿੱਤਾ ਲੇਕਿਨ ਫਿਰ ਫਿਰ ਆਪਣੀ ਸਟੇਟ ਨੇ ਕਾਨੂੰਨ ਚੇਂਜ ਕੀਤਾ ਕਿ ਜਿੱਥੇ ਕਿ ਗੈਰਤ ਦਾ ਕਤਲ ਵੀ ਹੋਏਗਾ ਉੱਥੇ ਬੱਚੀਆਂ ਰੇਪ ਕਰਕੇ ਤੁਸੀਂ ਅਗਰ ਮਾਰ ਦਿਓਗੇ ਜਾਂ ਵੈਸੇ ਮਾਰ ਦਿਓਗੇ ਤੇ ਉਹਦੇ ਬਾਵਜੂਦ ਉਹ ਮਾਂ-ਬਾਪ ਜਾਂ ਮੁਦਈ ਪਰਚੇ ਦਾ ਮਾਫ ਨਹੀਂ ਕਰ ਸਕਦਾ ਉਹ ਸਟੇਟ ऑफेंस हो गया यानी अगर मुदई माफ़ भी कर देगा तो स्टेट उन्होंने खुद प्रोसिक्यूट करेगी ठीक है लेकिन उसके बावजूद मैं समझनी हाँ हुणे तक लॉज की इंप्लीमेंटेशन उस तरह स्ट्रोंग नहीं है कि कुड़ियाँ हरास भी हो रही ने और उन्होंने अब्यूज़ भी किया जा रहा है रेप भी हो रही ने और हुण तो देखो हुणे मैं कल TV देख रही सी कि लाहौर उन्होंने इस एक महीने 6 डेड बॉडीज़ अननोन डिस्कवर कीतियां ने और लाहौर जैसे शहर ਵਿੱਚ ਬਹਿ ਕੇ ਤੁਸੀਂ ਅਗਰ ਇਹ ਗੱਲ ਕਰ ਰਹੇ ਹੋ ਜਿਹਦੇ 'ਚ ਔਰਤਾਂ ਵੀ ਨੇ ਇਹਦੇ 'ਚ ਮੈਂ ਇੱਕ ਗੱਲ ਕਵਾਂਗੀ ਕਿ ਹਮੇਸ਼ਾ ਜ਼ੇਨ 'ਚ ਰੱਖੋ ਨਾ ਕਿ ਮਾਪੇ ਜਾਣਬੁੱਝ ਕੇ ਕਦੀ ਵੀ ਬੱਚੇ ਨੂੰ ਨਾ ਦੁੱਖ ਦਿੰਦੇ ਨੇ ਤਕਲੀਫ ਮਨ ਕੋਈ ਗੱਲ ਕਵੇ ਤੇ ਮੈਂ ਕਹਿੰਦੀ ਹਾਂ ਆਪਣੇ ਬਾਲਾਂ ਨੂੰ ਵੀ ਕਿ ਅਸੀਂ ਤੇ ਤੁਹਾਡੇ ਲਈ ਕਦੀ ਉਹ ਜੁੱਤੀ ਨਾ ਲਿੱਤੀ ਜਿਹੜੀ ਤੁਹਾਨੂੰ ਚੁੱਭਦੀ ਹੋਵੇ ਤੇ ਕਿਸ ਤਰ੍ਹਾਂ ਹੋ ਸਕਦਾ ਕਿ ਅਸੀਂ ਤੁਹਾਨੂੰ ਕਿਸੇ ਐਸੀ ਸਿਚੁਏਸ਼ਨ 'ਚ ਜੇ ਭੇਜੀਏ ਜਿੱਥੇ ਤੁਹਾਡੇ ਲਈ ਤਕਲੀਫ ਦਾ ਬਾਇਸ ਹੋਵੇ ਅੱਜ ਕੱਲ੍ਹ ਜਿਹੜਾ ਮਾਂ-ਬਾਪ ਦਾ ਮੈਂ ਜਿਸਲੇ ਸੋਚਨੀ ਹਾਂ ਉਹਨਾਂ ਦੇ ਬਾਰੇ ਔਰ ਜਿਨ੍ਹਾਂ ਦੇ ਬੱਚੇ ਹੋਣ ਨੇ ਬੱਚੀਆਂ ਨੇ ਮੈਨੂੰ ਦਿਲ 'ਚ ਇੰਨਾ ਕੁ ਖੌਫ ਮਹਿਸੂਸ ਹੁੰਦਾ ਹੈ ਔਰ ਉਸ ਦੀ ਵਜ੍ਹਾ ਇਹ ਹੈ ਕਿ ਤੁਹਾਡੇ ਜਿਹੜੇ ਐਜੂਕੇਸ਼ਨਲ ਇੰਸਟੀਟਿਊਸ਼ਨਸ ਨੇ ਉਹਨਾਂ 'ਚ ਇਹ ਇੱਕ ਬੜਾ ਵੱਡਾ ਲਮਹਾ ਫਿਕਰੀ ਹੈ ਸਭ ਲਈ ਉਹਨਾਂ 'ਚ ਇਹ ਵਾਕਿਆਤ ਇਤਨੇ ਜ਼ਿਆਦਾ ਵੱਧ ਗਏ ਨੇ ਕਿ ਹੁਣ ਤੁਸੀਂ ਸੋਚੋ ਕਿ ਤੁਸੀਂ ਆਪਣੇ ਬਾਲ ਨੂੰ ਪੜ੍ਹਨ ਨਾ ਭੇਜੋਗੇ ਔਰ ਉਹ ਜਿਸ ਲਈ ਇੰਸਟੀਟਿਊਸ਼ਨ ਦੇ ਵਿੱਚ ਜਾਏਗਾ ਤਾਂ ਨਹੀਂ ਪਤਾ ਕਿ ਉੱਥੇ ਕੀ ਸਿਚੁਏਸ਼ਨ ਹੈ ਔਰ ਇਸ ਸਾਲ ਬੜੀ ਇੱਕ ਡਿਬੇਟ ਚੱਲ ਰਹੀ ਹੈ ਕਿ ਸਾਡੀ ਯੂਨੀਵਰਸਿਟੀਜ਼ ਦੇ ਵਿੱਚ ਤੇ ਕਾਲਜਿਸ ਦੇ ਵਿੱਚ ਐਡਮਿਸ਼ਨ ਦਾ ਰੇਟ ਜਿਹੜਾ ਕਮ ਹੋ ਗਿਆ ਅੱਛਾ ਪਿਛਲੇ 20-25 ਸਾਲਾਂ 'ਚ ਕੁੜੀਆਂ ਨੇ ਬਹੁਤ ਪੜ੍ਹਨਾ ਸ਼ੁਰੂ ਕੀਤਾ ਸੀ ਮੈਂ MPhil PhD ਪੜ੍ਹਾਉਂਦੀ ਹਾਂ ਅਤੇ ਮੇਰੇ ਤਕਰੀਬਨ 80% ਲੜਕੀਆਂ ਨੇ ਜਿਹੜੀਆਂ ਪੜ੍ਹਦੀਆਂ ਹੁਣ ਉਹਦੇ 'ਚ ਇਹ ਤੁਹਾਡਾ ਪੁਆਇੰਟ ਬਿਲਕੁਲ ਸਹੀ ਹੈ ਬਹੁਤ ਸਾਰੇ ਮਾਂ-ਬਾਪ ਆਪਣੀ ਬੇਟੀਆਂ ਨੂੰ ਮੈਂ ਯਕੀਨ ਨਾਲ ਕਹਿ ਸਕਦੀ ਹਾਂ ਕਿ ਉਹ ਯੂਨੀਵਰਸਿਟੀ ਕਾਲਜਾਂ 'ਚ ਭੇਜਣ ਤੋਂ ਪਹਿਲੇ ਡਰਨਾ ਸ਼ੁਰੂ ਹੋ ਗਏ ਨੇ ਕਿ ਕਿਆ ਉੱਥੇ ਸਾਡੀ ਬੱਚੀ ਪ੍ਰੋਟੈਕਟਡ ਹੈ ਤੁਸੀਂ ਘਰ 'ਚ ਜੋ ਮਰਜ਼ੀ ਸਿਖਾ ਦਿਓ ਜੋ ਮਰਜ਼ੀ ਬੱਚੀ ਦੀ ਤਰਬੀਅਤ ਕਰ ਦਿਓ ਇੰਸਟੀਟਿਊਸ਼ਨ 'ਚ ਜਾ ਕੇ ਉਨ ਐਸੀ ਸਰਕਮਸਟੈਂਸਿਸ 'ਚ ਬਾਜ਼ੂਕਾ ਤੋਂ ਟਰੈਪ ਹੋ ਜਾਂਦੀ ਹੈ ਅਨਵਿਲਿੰਗਲੀ ਉਹਦੀ ਕੋਈ ਵੀਡੀਓ ਉਹਦੀ ਕੋਈ ਫਿਲਮ ਔਰ ਅੱਜ ਕੱਲ੍ਹ ਜਿਹੜਾ ਤੁਹਾਨੂੰ ਪਤਾ ਵੀਡੀਓ ਫਿਲਮ ਬਣਾਉਣਾ ਕੋਈ ਔਖਾ ਵੀ ਨਹੀਂ ਮੈਟਰ ਆਫ ਸੈਕਿੰਡਸ ਔਰ ਫਿਰ ਉਹਦੀ ਕਿਤੇ ਦਾਦ ਰੱਸੀ ਨਹੀਂ ਜਿਹੜੇ ਇੰਸਟੀਟਿਊਸ਼ਨਸ ਦੇ ਹੈਡਸ ਬੈਠੇ ਨੇ ਮੈਂ ਇੰਸਟੀਟਿਊਸ਼ਨਸ ਹੈਡ ਕਰਦੀ ਰਹੀ ਹਾਂ ਹੋ ਹੀ ਨਹੀਂ ਸਕਦਾ ਕਿ ਉਹਨੂੰ ਪਤਾ ਨਾ ਹੋਵੇ ਕਿ ਅੰਦਰ ਕੀ ਹੋ ਰਿਹਾ ਔਰ ਉਹ ਪਤਾ ਨਹੀਂ ਜਾਣਦੇ ਦੇਖਦੇ ਉਹ ਅੱਖਾਂ ਬੰਦ ਕਰਕੇ ਬੈਠੇ ਤੇ ਡਾਕਟਰ ਸਾਹਿਬ ਫਿਰ ਇਹਦਾ ਹੱਲ ਕੀ ਹੈ ਇਹਦਾ ਹੱਲ ਜੀ ਫਿਰ ਮੈਨੂੰ ਤੇ ਉਹੀ ਫਿਰ ਕੇ ਗੱਲ ਸਮਝ ਆਉਂਦੀ ਹੈ ਕਿ ਕਿਤੇ ਤੁਹਾਡਾ ਇੱਕ ਬੜਾ ਸ਼ਦੀਦ ਕਿਸਮ ਦਾ ਐਜੂਕੇਸ਼ਨਲ ਰੈਵੋਲੂਸ਼ਨ ਜਿਹੜਾ ਕਿ ਇੱਕ ਸਲੋ ਪ੍ਰੋਸੈਸ ਹੈ ਉਹਨੂੰ ਟਾਈਮ ਲੱਗੇਗਾ ਲੇਕਿਨ ਤੁਹਾਨੂੰ ਜੇ ਅਗਰ ਕੁਇਕ ਰਿਜ਼ਲਟਸ ਚਾਹੀਦੇ ਨੇ ਤਾਂ ਕਵਾਨੀਨ ਸਖਤ ਕਰ ਦਿਓ ਦੇਖੋ ਮੇਰੀ ਇੱਕ ਸਾਦੀ ਜੀ ਗੱਲ ਦੱਸਾਂ ਕਿ ਇਨਸਾਨ ਜਿਹੜਾ ਨਾ ਉਹ ਡੰਡੇ ਦਾ ਪੀਰ ਹੈ ਤੁਸੀਂ ਅਮਰੀਕਾ ਯੂਰਪ ਦੀਆਂ ਅਸੀਂ ਬੜੀਆਂ ਮਿਸਾਲਾਂ ਦਿੰਦੇ ਨੇ ਇਹ ਵੀ ਮਿਸਾਲ ਦਿੰਦੇ ਆ ਕਿ ਉੱਥੋਂ 24 ਘੰਟੇ ਦੀ ਲਾਅ ਲਿਫਟ ਕਰਕੇ ਦੇਖ ਲਓ ਤੇ ਫਿਰ ਦੇਖੋ ਉਹ ਸ਼ਾਇਦ ਸਾਡੇ ਤੋਂ ਵੀ ਵੱਡੇ ਜਿਹੜੇ ਨੇ ਨਾ ਉਹ ਮੁਜਰਮ ਔਰ ਜਲਦੀ ਜੀ ਔਰ ਉਸ ਦੇ ਵਿੱਚ ਇਹ ਵੀ ਹੈ ਕਿ ਅਗਰ ਕਿਸੇ ਇੰਸਟੀਟਿਊਸ਼ਨ ਕਿਸੇ ਜਗ੍ਹਾ ਤੇ ਹਰੈਸਮੈਂਟ ਹੁੰਦੀ ਹੈ ਔਰ ਉਹ ਕੁਇਕ ਇਨਵੈਸਟੀਗੇਟ ਕਰਕੇ ਉਹਦੀ ਸਜ਼ਾ ਦਾ ਕੋਈ ਤਰੀਕਾ ਇਖਤਿਆਰ ਕਰੋ ਲੇਕਿਨ ਇਹ ਸਾਰੀ ਕਹਾਣੀ ਦੀ ਇੱਕ ਫਲਿਪ ਸਾਈਡ ਇਹ ਵੀ ਹੈ ਕਿ ਜਿਤਨੇ ਕਵਾਨੀਨ ਦੱਸ ਰਹੇ ਨੇ ਮੈਂ ਆਪਣੇ ਜੌਬ ਦੇ ਕੈਰੀਅਰ ਦੇ ਵਿੱਚ ਇਹ ਵੀ ਦੇਖਿਆ ਕਿ ਖਵਾਤੀਨ ਜਿਹੜੀਆਂ ਨੇ ਉਹ ਵੀ ਵੂਮਨ ਕਾਰਡ ਪਲੇ ਕਰ ਦਿੰਦੇ ਨੇ ਵੂਮਨ ਕਾਰਡ ਪਲੇ ਐਸਾ ਖੌਫਨਾਕ ਕਰਦੀਆਂ ਨੇ ਕਿ ਬਾਜ਼ ਡਿਪਾਰਟਮੈਂਟਸ ਤੇ ਮੈਂ ਦੇਖਿਆ ਕਿ ਬੰਦੇ ਜਿਹੜੇ ਨੇ ਖਵਾਤੀਨ ਦੇ ਕੈਨ ਨਾਟ ਚੈੱਕ them ਲੇਟ ਆ ਰਹੀ ਹੈ ਖੌਫ ਆਉਂਦਾ ਕੋਈ ਇਲਜ਼ਾਮ ਨਾ ਲੱਗ ਜਾਏ ਕਿ ਇਹਨੇ ਇੱਕ ਐਪਲੀਕੇਸ਼ਨ ਪਾਣੀ ਹੈ ਤੇ ਮੇਰਾ ਕੈਰੀਅਰ ਤੁਸੀਂ ਜੇ ਯਾਦ ਹੋਏ ਕੁਝ ਅਰਸੇ ਪਹਿਲੇ ਜਿਹੜਾ MA ਕਾਲਜ ਦੇ ਇੱਕ ਲੈਕਚਰਰ ਦਾ ਵਾਕਿਆ ਪੇਸ਼ ਆਇਆ ਸੀ ਇਹ ਵੀ ਹੈ ਬਟ ਦੈਟ ਇਜ਼ ਉਹਦੀ ਐਵਰੇਜ ਥੋੜੀ ਹੈ ਘਟੇ ਲੇਕਿਨ ਮੌਜੂਦ ਹੈ ਲੇਕਿਨ ਇਹ ਜਿਹੜੇ ਇੰਸਟੀਟਿਊਸ਼ਨਸ ਦੇ ਵਿੱਚ ਜਿਹੜੇ ਹੁਣ ਐਡੇ ਵੱਡੇ ਸਕੈਂਡਲਸ ਆਣੇ ਸ਼ੁਰੂ ਹੋ ਗਏ ਇਹ ਜ਼ਰਾ ਥੋੜਾ ਅਲਾਰਮਿੰਗ ਹੈ। ਅੱਛਾ ਡਾਕਟਰ ਸਾਹਿਬ ਇਹ ਵੀ ਕਹਿਣਾ ਜਦੋਂ ਅਸੀਂ ਗੱਲ ਕਰਨੇ ਆ ਨਾ ਫੀਲਡ ਦੇ ਵਿੱਚ ਜਾ ਕੇ ਕੰਮ ਕਰਨ ਦੀ ਬੀਇੰਗ ਅ ਗਰਲ ਮੈਂ ਆਪੇ ਇਹ ਸ਼ਾਇਦ ਵੇਖਣੀ ਆ ਕਿ
ਜੇ ਮੈਂ ਫੀਲਡ ਦੇ ਵਿੱਚ ਕੰਮ ਕਰ ਰਹੀ ਹਾਂ ਮੈਨੂੰ ਨਾ ਅਪਰੈਂਟਲੀ ਤੇ ਮੈਂ ਕੁੜੀ ਹਾਂ ਲੇਕਿਨ ਮੈਨੂੰ ਅੰਦਰੋਂ ਕੁੜੀ ਵਾਲੀ ਵਾਈਬ ਨਹੀਂ ਆ ਰਹੀ, ਮੈਨੂੰ ਇੰਝ ਲੱਗ ਰਿਹਾ ਮੈਂ ਮੁੰਡਿਆਂ ਦੇ ਨਾਲ ਕੰਮ ਕਰੀ ਹਾਂ, ਮੈਂ ਮੁੰਡਾ ਬਣ ਗਈ ਹਾਂ। ਤੇ ਇੰਪਾਵਰਮੈਂਟ ਦਾ ਇਹ ਤੇ ਫਾਇਦਾ ਵੀ ਹੈ ਤੇ ਨਾਲ ਤੁਹਾਨੂੰ ਨਹੀਂ ਲੱਗਦਾ ਕਿ ਕੁੜੀਆਂ ਦੀ ਜਿਹੜੀ ਉਹ ਸਿਨਫੇ ਨਾਜ਼ੁਕ ਵਾਲੀ ਸਾਈਡ ਹੈ ਉਹ ਘੱਟ ਹੁੰਦੀ ਜਾ ਰਹੀ ਹੈ, ਫੈਮਿਨਿਨ એનર્ਜੀ ਘੱਟ ਹੁੰਦੀ ਜਾ ਰਹੀ ਹੈ, ਉਹਦਾ ਕੀ ਕਰੀਏ? ਉਸੀ ਹੈ ਵੈਨੇ ਕਿ ਖਾਤੂਨ ਨੇ ਸਰਵਾइव ਤੇ ਕਰਨਾ ਹੈ ਨਾ। ਹਾਂ और फिर मैं एक गल तन करनी है कि अल्लाह ताला ने औरत और मर्द जड़ा ना वो एक अलग जॉब डिस्क्रिप्शनस नाल भेजे सन और वो जॉब डिस्क्रिप्शनस जड़ियां ने पिछले 100 साल च ब्लर हो गईयां। जिस वक्त वो ब्लर होईयां करन वाली सी कॉर्पोरेट कि उन्होंने नौकर चाहिए सी, उन्होंने कहा कि मर्द ते साडा गुलाम है ही, औरत नूं भी गुलाम करिए। और ऐसे विच जिथों एक पासे जिसले कुड़ियां नूं मैं बाइक्स चलांदियां देखनी है खुशी भी मन बड़ी हुंदी है कि चलो ਆਪਣੇ ਲੱਗੀਆਂ ਹੀ ਨੇ ਔਰ ਦੇ ਆਰ ਵੈਰੀ ਇੰਡੀਪੈਂਡੈਂਟ, ਲੇਕਿਨ ਦਿਲ 'ਚ ਕਿਸੇ ਵੇਲੇ ਮੈਨੂੰ ਥੋੜਾ ਜਿਹਾ ਆਉਂਦਾ ਹੈ ਕਿ ਹਾਏ ਕੁੜੀਓ ਬਾਲੜੀਓ ਤੁਸੀਂ ਇਹਨਾਂ ਸੜਕਾਂ ਲਈ ਇਸ ਤਰ੍ਹਾਂ ਖੁੱਲੇ ਆਮ ਜਾਣ ਨਾਜ਼ੁਕ ਜੀ ਹੁੰਦੀਆਂ ਨੇ। ਹਾਂ we are not physically made for this। ਜੀ ਸਾਡੀ ਜਿਹੜੀ ਅੱਲਾਹ ਤਾਲਾ ਨੇ ਇੱਕ ਬਣਾਈ ਹੈ ਅਸੀਂ ਨਹੀਂ ਹੈ ਉਹਦੇ ਲਈ ਅਪਰੋਪਰੀਏਟ, ਲੇਕਿਨ ਬਦਕਿਸਮਤੀ ਹੈ ਉਹੀ ਅਸੀਂ ਪਹਿਲੇ ਗੱਲ ਕਰਨੇ ਪਏ ਸਾਂ ਕਿ ਜੇ ਤੁਸੀਂ ਫ੍ਰਿਜ ਨੂੰ ਵਿਹੜੇ 'ਚ ਰੱਖ ਦਿਓਗੇ ਤੇ ਮੋਟਰਸਾਈਕਲ ਨੂੰ ਅੰਦਰ ਰੱਖੋਗੇ ਤੇ ਫਿਰ ਦੇਖੋ ਨਾ ਕੀ ਹਾਲ ਹੋਏਗਾ। ਅੱਛਾ ਸਬਾਜ਼ ਸਾਹਿਬ ਸਾਨੂੰ ਇਹ ਦੱਸੋ, ਜਦੋਂ ਅਸੀਂ ਗੱਲ ਕਰ ਰਹੇ ਸਾਂ ਅੱਗੇ ਡਾਈਵੋਰਸ ਰੇਟ ਦੀ ਵੀ ਨਾ, ਇਹ ਵੇਖ ਕੇ ਸੋਸਾਇਟੀ ਦੇ ਅੰਦਰ ਚੰਗਾ ਲੱਗਦਾ ਕਿ ਸਾਡੀਆਂ ਜਿਹੜੀਆਂ ਕੁੜੀਆਂ ਨੇ ਉਹਨਾਂ ਨੂੰ ਆਪਣੇ ਰਾਈਟਸ ਦਾ ਪਤਾ ਲੱਗ ਗਿਆ। ਹੁਣ ਜੇ ਉਹਨਾਂ ਨੂੰ ਘਰ ਮਾਰ ਪੈਂਦੀ ਏ ਉਹ ਚੁੱਪ ਨਹੀਂ ਰਹਿੰਦੇ ਵਿਆਹ ਤੋਂ ਬਾਅਦ ਨਾ, ਉਹ ਕਨਸੈਪਟ ਜ਼ਰਾ ਘੱਟ ਹੋਇਆ ਕਿ ਜੀ ਤੁਸੀਂ ਜਾ ਰਹੇ ਹੋ ਸਸੁਰਾਲ ਤੇ ਉਹੀ ਤੁਹਾਡਾ ਘਰ ਹੈ, ਉੱਥੋਂ ਹੀ ਜਨਾਜ਼ਾ ਉੱਠੇਗਾ। ਕਾਫੀ ਹੱਦ ਤੱਕ ਘੱਟ ਲੇਕਿਨ ਕਾਫੀ ਹੱਦ ਤੱਕ ਕੇਸਿਸ ਦੇਖ ਵੀ ਰਹੇ ਹਾਂ ਅਸੀਂ। ਤੇ ਜ਼ਰਾ ਸਾਨੂੰ ਇਹ ਦੱਸੋ ਕਿ ਕੁੜੀ ਦੀ ਮਜ਼ਬੂਤੀ ਦੇ ਨਾਲ ਜਿਹੜਾ ਲੋਕੀ ਸੋਸਾਇਟੀ ਜੋੜਦੀ ਕਿ ਜੀ ਹੁਣ ਨਾ ਵਿਆਹ ਇਸ ਕਰਕੇ ਨਹੀਂ ਚੱਲ ਰਹੇ ਕਿਉਂਕਿ ਕੁੜੀਆਂ ਇੰਪਾਵਰ ਹੋ ਗਈਆਂ ਨੇ, ਉਹਨਾਂ ਨੂੰ ਆਪਣਾ ਕਮਾਉਣਾ ਆ ਗਿਆ ਤੇ ਉਹ ਨਾ ਹੁਣ ਘਰ ਨਹੀਂ ਵਸਾ ਰਹੀਆਂ, ਇਹਨੂੰ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ? देखो ਇਹਦੇ ਚ ਬੜੀ ਮੁxtਲਿਫ ਗੱਲਾਂ ਨੇ, ਲੇਕਿਨ ਜੋ ਨਜ਼ਰ ਆ ਰਿਹਾ ਅੱਜ ਕੱਲ ਜੋ ਕੇਸਿਸ ਆ ਰਹੇ ਨੇ, ਇੱਕ ਤੇ ਇਹ ਵਜ੍ਹਾ ਕੋਈ ਨਹੀਂ ਹੈ, ਬਿਲਕੁਲ ਇਹ ਬਹਾਨਾ ਹੈ ਕਿ ਜੀ ਕੁੜੀਆਂ ਇੰਪਾਵਰ ਹੋ ਗਈਆਂ ਨੇ ਔਰ ਹਾਂ ਕਮਾ ਰਹੀਆਂ ਨੇ। ਕਿਉਂਕਿ ਮੈਂ ਐਸੇ ਕੇਸਿਸ ਵੀ ਵੇਖੇ ਨੇ ਜਿੱਥੇ ਬਿਲਕੁਲ ਅਨਪੜ੍ਹ ਔਰਤਾਂ ਨੇ ਔਰ ਉਹ ਕੇਸਿਸ ਡਿਵੋਰਸ ਦੇ ਲੈ ਕੇ ਅਦਾਲਤਾਂ 'ਚ ਆ ਗਈਆਂ ਨੇ। ਔਰ ਉਹਦੀ ਵਜ੍ਹਾ ਇੱਕ ਇੰਪੋਰਟੈਂਟ ਗੱਲ ਬਹਰਹਾਲ ਇਹ ਜ਼ਰੂਰ ਹੈ ਕਿ ਮੁੰਡੇ ਬੜੇ ਨਖੱਟੂ ਹੋ ਗਏ ਨੇ ਔਰ ਉਹਨਾਂ ਦਾ ਦਿਲ ਹੈ ਕਿ ਬੀਬੀ ਕਮਾਏ ਔਰ ਸਾਨੂੰ ਬਾ ਕੇ ਖਿਲਾਉਂਦੀ ਰਵੇ ਔਰ ਸਾਨੂੰ ਕੋਈ ਮਸਲਾ ਨਾ ਹੋਵੇ। ਯਾਨੀ ਇਹ ਸਭ ਤੋਂ ਵੱਡੀ ਇਸ ਵਕਤ ਪ੍ਰੋਬਲਮ ਇਹ ਹੋ ਰਹੀ ਹੈ ਕਿ ਇਨਟੋਲਰੈਂਸ ਤੇ ਹੈ, ਅਦਮ ਬਰਦਾਸ਼ਤ ਤੇ ਹੈ ਲੋਕਾਂ 'ਚ, ਲੇਕਿਨ ਸਭ ਤੋਂ ਇੰਪੋਰਟੈਂਟ ਗੱਲ ਹੈ ਕਿ ਜੋ ਬੱਚੀਆਂ ਕਮਾ ਰਹੀਆਂ ਨੇ ਔਰ ਇੰਪਾਵਰਡ ਨੇ, ਨੌਕਰੀਆਂ ਕਰਦੀਆਂ ਨੇ, ਉਹਨਾਂ ਦੇ ਨਾਲ ਉਹਨਾਂ ਦੀ ਜੋ ਸ਼ਾਦੀਆਂ ਜਿੱਥੇ ਹੋਈਆਂ ਨੇ ਉਹ ਮੁੰਡੇ ਕਰਦੇ ਕੁਛ ਨਹੀਂ ਔਰ ਉਹ ਸਮਝਦੇ ਨੇ ਕਿ ਕੁੜੀ ਅਗਰ ਇੰਨਾ ਕਮਾ ਰਹੀ ਹੈ ਤੇ ਅਸੀਂ ਫਿਰ ਹੁਣ ਕੀ ਕਰਨਾ ਹੈ, ਇਹਦੀ ਜ਼ਿੰਮੇਵਾਰੀ ਹੈ ਕਿ ਘਰ ਵੀ ਚਲਾਏ ਔਰ ਸਾਨੂੰ ਵੀ ਪਾਲੇ। ਉਹ ਸਭ ਤੋਂ ਬੜੀ ਰੀਜ਼ਨ ਬਣ ਰਹੀ ਹੈ ਕਿ ਸ਼ਾਦੀਆਂ, ਔਰ ਉਹਦੀ ਫਿਰ ਅਲਟੀਮੇਟਲੀ ਉਹਦਾ ਬਲੇਮ ਜਿਹੜਾ ਉਹ ਔਰਤ ਤੇ ਆਉਂਦਾ ਹੈ ਕਿ ਜੀ ਚੂੰਕਿ ਇੰਪਾਵਰ ਹੋ ਗਈ ਹੈ ਔਰ ਪੜ੍ਹ ਲਿਖ ਗਈ ਹੈ, ਦਿਮਾਗ ਖਰਾਬ ਹੋ ਗਿਆ ਤੇ ਘਰ ਨਹੀਂ ਚੱਲਣ ਦੇ ਰਹੀ ਜਾਂ ਵਸਣ ਨਹੀਂ ਦੇ ਰਹੀ। ਇੱਕ ਇਹ ਵੀ ਗੱਲ ਹੈ। ਦੂਜੀ ਗੱਲ ਉਹੀ ਵੀ ਹੈ ਜੋ ਮੈਂ ਤੁਹਾਨੂੰ ਪਹਿਲੇ ਵੀ ਕੀਤੀ ਸੀ ਕਿ ਪੈਟਰੀਆਰਕੀ ਹੈ ਬੇਸਿਕਲੀ, ਔਰਤਾਂ ਦਾ ਜ਼ਿਹਨ ਜਿਹੜਾ ਨਾ ਉਹਦੇ ਅੰਦਰ ਬਹੁਤ ਜ਼ਿਆਦਾ ਪਿਦਰਸਰੀ ਸੋਚ, ਯਾਨੀ ਜੋ ਪਿਛਲੀ ਜਨਰੇਸ਼ਨ ਹੈ ਉਹ ਹੁਣ ਸੱਸ ਬਣ ਗਈ ਹੈ ਔਰ ਅਗਲੀ ਜਨਰੇਸ਼ਨ ਨੂੰ ਬਣ ਰਹੀ ਹੈ। ਜਿਹੜੀ ਪਿਛਲੀ ਜਨਰੇਸ਼ਨ ਹੈ ਉਹ ਤੇ ਉਹੀ ਪਿਦਰਸਰੀ ਮੁਆਸ਼ਰੇ ਦੀ ਪੈਦਾਵਾਰ ਹੈ ਨਾ, ਉਹਨੂੰ ਤੇ ਫਿਰ ਉਹ ਜਿਹੜੀ ਅਗਲੀ ਜਨਰੇਸ਼ਨ ਹੈ ਉਹ ਤਕਲੀਫ ਦੇਗੀ ਅਗਰ ਉਹ ਗਰੋ ਕਰੇਗੀ ਜਾਂ ਇੰਪਾਵਰ ਹੋਵੇਗੀ। ਤੇ ਉਹ ਡਿਫਰੈਂਸ ਜਿਹੜਾ ਹੈ ਨਾ ਜਨਰੇਸ਼ਨ ਦਾ ਉਹ ਬਹੁਤ ਜ਼ਿਆਦਾ ਖਤਰਨਾਕ ਹੈ ਔਰ ਉਹਦੇ 'ਚ ਜ਼ਾਹਿਰ ਹੈ ਔਰਤਾਂ ਬਹੁਤ ਜ਼ਿਆਦਾ ਡੈਮੇਜ ਕਰ ਰਹੀਆਂ ਨੇ ਇਹ ਸ਼ਾਦੀ ਦੇ ਰਿਲੇਸ਼ਨਸ਼ਿਪ ਨੂੰ ਜਾਂ ਇਸ ਮਤਲਬ ਇਸ ਫੈਮਿਲੀ ਨੂੰ। ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ ਕਿ ਵੈਸਟ 'ਚ ਫੈਮਿਲੀ ਬਹੁਤ ਜ਼ਿਆਦਾ ਸੈਪਰੇਟ ਹੋਈ, ਜੁਆਇੰਟ ਫੈਮਿਲੀ ਸਿਸਟਮ ਇੱਥੇ ਵੀ ਹੁਣ ਜੋ ਤਬਾਹ ਹੋ ਰਿਹਾ ਹੈ ਨਿਜ਼ਾਮ, ਸਾਡਾ ਫੈਮਿਲੀ ਸਿਸਟਮ ਤਬਾਹ ਹੋ ਰਿਹਾ, ਉਹਦੀ ਵਜ੍ਹਾ ਇਹੀ ਹੈ ਮੈਂ ਸਮਝਦੀ। ਨਹੀਂ ਦੇਖੋ ਅੱਜ ਕੱਲ ਦੀ ਜਿਹੜੀ ਬਹੂ ਹੈ ਉਹ ਨਿਊ ਹੈ ਜਨਰੇਸ਼ਨ ਹੈ, ਠੀਕ ਹੈ, ਜਿਹੜੀ ਸੱਸ ਹੈ ਉਹ ਹੀ ਪੁਰਾਣੀ ਹੈ। ਹਾਂ ਤੇ ਇਹ ਜਨਰੇਸ਼ਨ ਗੈਪ ਆ ਰਿਹਾ ਤੇ ਉਹ ਸੱਸਾਂ ਉਸੇ ਤਰ੍ਹਾਂ ਜ਼ੁਲਮ ਕਰ ਰਹੀਆਂ, ਅਜੇ ਵੀ ਹੁਣ ਵੀ ਹੋ ਰਿਹਾ। ਹਾਂਜੀ ਸਾਡੇ ਆਪਣੀ ਕਰੀਬ ਦੀ ਫੈਮਿਲੀ 'ਚ ਵੀ ਇਹ ਕੁਝ ਹੋ ਰਿਹਾ। ਪੜ੍ਹੀ ਲਿਖੀ ਬੱਚਿਆਂ ਨੂੰ ਜ਼ਲੀਲ ਕੀਤਾ ਜਾ ਰਿਹਾ, ਇੰਨਾ ਉਹ ਕੰਮ ਵੀ ਕਰਨ, ਬੱਚੇ ਵੀ ਸੰਭਾਲਣ, ਸ਼ੌਹਰ ਵੀ ਸੰਭਾਲਣ ਤੇ ਉਤੋਂ ਸੱਸਾਂ ਦੇ ਨਖਰੇ ਵੀ ਸੰਭਾਲਣ। ਇੰਨਾ ਨਹੀਂ ਕੁੜੀ ਤੇ ਨੌ ਤੇ ਜਾਂ ਧੀ ਤੇ ਬੋਝ ਨਹੀਂ ਪਾਣਾ ਚਾਹੀਦਾ। ਠੀਕ ਹੈ। ਅੱਛਾ ਡਾਕਟਰ ਸਾਹਿਬਾ, ਕਿਉਂਕਿ ਪ੍ਰੋਗਰਾਮ ਦਾ ਵੇਲਾ ਵੀ ਘੱਟ ਹੋ ਰਿਹਾ, ਵੇਖਣ ਵਾਲਿਆਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ? ਕਿਉਂਕਿ ਕੁੜੀਆਂ ਤੇ ਮਾਸ਼ਾਅੱਲਾ ਇੰਪਾਵਰਡ ਹੋ ਰਹੀਆਂ ਨੇ, ਲੇਕਿਨ ਉਹਨਾਂ ਇੰਪਾਵਰਡ ਕੁੜੀਆਂ ਦੇ ਨਾਲ ਰਲ ਮਿਲ ਕੇ ਘਰ ਵਾਲਿਆਂ ਨੇ ਕਿੰਝ ਟੁਰਨਾ ਹੈ, ਖਾਸ ਤੌਰ ਤੇ ਵਿਆਹ ਤੋਂ ਬਾਅਦ ਜਦੋਂ ਅਸੀਂ ਵੇਖਦੇ ਹਾਂ, ਜਦੋਂ ਅਸੀਂ ਇਹ ਜਨਰੇਸ਼ਨਲ ਗੈਪ ਦੀ ਵੀ ਗੱਲ ਕਰ ਲਈ ਕਿ ਸੱਸਾਂ ਨੂੰ ਕੀ ਪੈਗਾਮ ਦੇਵੋਗੇ, ਜਿਹੜੇ ਕੁੜੀਆਂ ਦੇ ਸ਼ੌਹਰ ਨੇ ਉਹਨਾਂ ਨੂੰ ਕੀ ਪੈਗਾਮ ਦੇਵੋਗੇ? ਕਿਉਂਕਿ ਪਿਓ ਤੇ ਭਰਾ ਫੇਰ ਵੀ ਕਿਧਰੇ ਨਾ ਕਿਧਰੇ ਸਪੋਰਟਿਵ ਹੋ ਜਾਂਦੇ ਨੇ। ਮਾਮਲਾ ਖਰਾਬ ਉਦੋਂ ਹੁੰਦਾ ਜਦੋਂ ਤੁਸੀਂ ਆਪਣੇ ਘਰ ਤੋਂ ਵਿਆਹ ਕਰਕੇ ਉਸ ਆਪਣੇ ਘਰ ਜਾਂਦੇ ਹੋ ਜਿੱਦਾਂ ਤੁਸੀਂ ਬਚਪਨ ਦਾ ਸੁਣਿਆ ਹੁੰਦਾ ਕਿ ਦੇਖੋ ਪਹਿਲੇ ਤੇ ਔਰਤ ਨੂੰ ਕਿਹਾ ਜਾਂਦਾ ਬੇਟੀ ਤੁਹਾਡਾ ਇਹ ਘਰ ਹੀ ਨਹੀਂ ਹੈ। ਇਹ ਕਿਹਾ ਜਾਂਦਾ ਨਾ ਕਿ ਬੇਟੀ ਮਤਲਬ ਬੇਟੀ ਦਾ ਕੋਈ ਘਰ ਹੀ ਨਹੀਂ,
ਇੱਥੋਂ ਵੀ ਆਏਗੀ ਉੱਥੇ ਮਰਦ ਨੇ ਕਿਹਾ ਬਈ ਤੂੰ ਨਿਕਲ ਮੈਂ ਦੂਸਰੀ ਲਿਆਣੀ ਹੈ ਉੱਥੋਂ ਵੀ ਕਰ ਗਿਆ। ਮੈਂ ਤਾਂ ਕਹਿਣਾ ਚਾਹਨੀ ਆ ਕਿ ਔਰਤ ਨੂੰ ਜੇ ਤੁਸੀਂ ਬੱਚੀ ਨੂੰ ਵਿਆਹ ਦਿਓ ਤੇ ਉਹਨੂੰ ਜਹੇਜ਼ ਦੇਣ ਤੋਂ ਬਜਾਏ ਉਹਨੂੰ ਇੱਕ ਘਰ ਦੇ ਦਿਓ। ਜਿਹੜੀ ਮੇਰੀ ਦਿਲੀ ਖਾਹਿਸ਼ ਹੈ ਕਿ ਤੁਸੀਂ ਉਹਨੂੰ ਜਹੇਜ਼ ਦਾ ਟਰੱਕ ਭਰ ਕੇ ਨਾ ਦਿਓ, ਤੁਸੀਂ ਉਹਨੂੰ ਇੱਕ ਘਰ ਬਣਾ ਕੇ ਦਿਓ ਤਾਂ ਕਿ ਉਹ ਸ਼ੋਹਰ ਦੇ ਹੱਥੋਂ ਵੀ ਮਹਿਫੂਜ਼ ਰਵੇ, ਉਸ ਜ਼ਾਲਮ ਸੱਸ ਦੇ ਹੱਥੋਂ ਵੀ ਮਹਿਫੂਜ਼ ਰਵੇ। ਜਦੋਂ ਉਹਦੇ ਨਾਲ ਕੋਈ ਇਸ ਤਰ੍ਹਾਂ ਦੀ ਕੋਈ ਤਕਲੀਫ ਆਵੇ ਤਾਂ ਆਪਣੇ ਘਰ 'ਚ ਬੈਠੇ। ਤੁਸੀਂ ਇਤਫਾਕ ਕਰੋਗੇ ਮੇਰੀ ਗੱਲ ਨਾਲ ਕਿਤੇ ਨਾ ਕਿਤੇ ਸੋਚ ਕੇ, ਕਿਉਂਕਿ ਅੱਜ ਕੱਲ ਅਸੀਂ ਦੇਖ ਰਹੇ ਹਾਂ ਕਿ ਬਹੂਆਂ ਨਾਲ ਬੜੀ ਸਖਤ ਜ਼ਿਆਦਤੀ ਹੋ ਰਹੀ ਹੈ, ਜੇ ਆਪਣੀ ਫੈਮਿਲੀ 'ਚ ਦਿਓ ਤਾਂ ਵੀ, ਜੇ ਬਾਹਰ ਦਿਓ ਤਾਂ ਵੀ, ਕਿਉਂਕਿ ਅਸੀਂ ਤੇ ਚੀਜ਼ਾਂ ਫੇਸ ਕਰ ਰਹੇ ਹਾਂ, ਸਾਨੂੰ ਪਤਾ ਹੈ। ਬਿਲਕੁਲ ਠੀਕ ਗੱਲ ਹੈ। ਹਾਂਜੀ, ਬਸ ਮੈਂ ਇਹ ਕਹਿਣਾ ਚਾਹਨੀ ਕਿ ਵੀ ਕੁੜੀ ਨੂੰ ਜੇ ਪੜ੍ਹਾ ਦਿੱਤਾ ਜੇ ਤੇ ਟਰੱਕ ਨਾ ਭਰ ਕੇ ਦਿਓ, ਇੱਕ ਘਰ ਦਾ ਸਮਾਨ ਦੇ ਦਿਓ, ਉਹਨੂੰ ਘਰ ਬਣਾ ਕੇ ਦਿਓ। ਅੱਛਾ, ਮੈਂ ਤੇ ਮਾਜ਼ਰਤ ਦੇ ਨਾਲ ਮੈਂ ਇੱਕ ਇਖਤਲਾਫ ਕਰਾਂਗੀ ਜੀ ਕਿ ਤੁਸੀਂ ਕਹਿ ਦਿਓ ਕਿ ਜੀ ਬੱਚੀ ਦੀ ਸੇ ਸ਼ਾਦੀ ਕਰੋ ਤੇ ਉਹਨੂੰ ਜੇਜ਼ ਨਾ ਦਿਓ, ਘਰ ਬਣਾ ਕੇ ਦੇ ਦਿਓ। ਬੜੀ ਅੱਛੀ ਸੋਚ ਹੈ, ਹੋਣਾ ਚਾਹੀਦਾ। ਜੇਜ਼ ਤੇ ਪੂਰਾ ਵੇਸਟ ਆਫ ਮਨੀ ਹੈ। ਲੇਕਿਨ ਤੁਸੀਂ ਕਦੀ ਇਹ ਦੇਖਿਆ ਕਿ ਜਿਸਲੇ ਤੁਸੀਂ ਬੱਚੀ ਨੂੰ ਅੱਜਕੱਲ ਪੜ੍ਹਾ ਦਿਓ, ਅੱਜਕੱਲ ਤੁਸੀਂ ਬੱਚੀ ਨੂੰ ਕਿਤਨੀ ਐਕਸਪੈਂਸਿਵ ਡਿਗਰੀ ਦੇ ਦਿਓ। ਜਸਟ ਥਿੰਕ ਅਬਾਊਟ ਇਟ। ਮੇਰੀ ਮਾਂ ਹੱਸ ਕੇ ਮਨ ਕਹਿੰਦੀ ਹੁੰਦੀ ਸੀ ਕਿ ਜਿੰਨੀ ਮੈਂ ਫਾਈਨ ਆਰਟਸ ਦਾ ਸਾਂ, ਮਟੀਰੀਅਲ ਐਡਾ ਮਹਿੰਗਾ ਆਉਂਦਾ ਸੀ ਤੇ ਕਹਿੰਦੀ ਸੀ ਜਿੰਨਾ ਤੇਰੇ ਮਾਸਟਰਸ ਦੀ ਡਿਗਰੀ ਤੇ ਲੱਗਿਆ ਉਹਦੇ ਚ 2 ਜੇਜ਼ ਬਣ ਜਾਣੇ ਸੀ। ਬਿਲਕੁਲ। ਹੁਣ ਮੈਂ ਜਿਸਲੇ ਆਪਣੀਆਂ ਬੇਟੀਆਂ ਨੂੰ ਪੜ੍ਹਾਇਆ ਹੈ ਤੇ ਮੈਂ ਇਹੀ ਦੇਖਣੀ ਪਈ ਹਾਂ ਕਿ ਦੇ ਗਾਟ ਵੈਰੀ ਐਕਸਪੈਂਸਿਵ ਡਿਗਰੀਜ਼। ਉਹ ਜਿਹੜਾ ਅਸੀਂ ਇੱਕ ਪ੍ਰੋਡਕਟ ਪੂਰੀ ਤੁਹਾਨੂੰ ਤਿਆਰ ਕਰਕੇ ਜਿਹੜੀ ਕਿ ਦੁਨੀਆ ਅੰਦਰ ਬਾਹਰ ਸਾਂਭਦੀ ਪਈ ਹੈ, ਫਿਰ ਉਹਦੇ ਨਾਲ ਦੁਬਾਰਾ ਨਾਲ ਤੁਸੀਂ ਦਿਓਗੇ। ਦੇਖੋ ਇਹ ਉਹ ਵੇਲੇ ਸਨ ਨਾ ਜਦੋਂ ਬੱਚੀ ਮੈਟ੍ਰਿਕ ਕੈਫੇ ਕਰਦੀ ਸੀ, ਚਲੋ ਜੀ ਜੇਜ਼ ਬਣੇ ਅੱਗੇ ਭੇਜ ਦੇ। ਹਾਂ, ਉਹਨੂੰ ਜਾਇਦਾਦ ਦੇ ਵਿੱਚ ਇੱਕ ਬਲੈਕ ਐਂਡ ਵਾਈਟ 'ਚ ਹਿੱਸਾ ਦਿਓ, ਬਣਦਾ ਉਹ ਦਿਓ। ਲੇਕਿਨ ਇਹ ਇੱਕ ਜਿਹੜਾ ਕਨਸੈਪਟ ਹੈ ਨਾ ਕਿ ਕੁੜੀ ਦੇ ਨਾਲ ਕੁਝ ਲਾਜ਼ਮਨ ਜਾਏਗਾ, ਖੁਦਾ ਦਾ ਵਾਸਤਾ ਹੈ, ਇਹਨੂੰ ਸਾਨੂੰ ਸੋਚਣਾ ਵੀ ਬੰਦ ਕਰ ਦੇਣਾ ਚਾਹੀਦਾ। ਦੇਖੋ ਤੁਹਾਡੀ ਗੱਲ ਵਿੱਚ ਮੈਂ ਇੰਟਰਪਸ਼ਨ ਕਰ ਰਹੀ ਹਾਂ, ਉਹ ਇਸ ਤਰ੍ਹਾਂ ਕਰ ਰਹੀ ਹਾਂ ਕਿ ਮੇਰਾ ਆਪਣਾ ਦੇਖਿਆ ਕਿ 1 ਕਰੋੜ ਜਾਂ 1.5 ਕਰੋੜ ਲੱਗੇਗਾ ਤੇ ਇੱਕ ਡਾਕਟਰ ਬਣੇਗੀ, ਤੇ ਅਗਲੀ ਸਸੁਰਾਲ ਜਦੋਂ ਤੁਸੀਂ ਦਿੰਦੇ ਹੋ ਪਰਾਏ ਘਰ ਤੇ ਉਹ ਇਹਦੀ ਕਦਰ ਹੀ ਨਾ ਕਰ, ਉਹਨਾਂ ਦੇ ਅੱਗੇ ਤਾਲੀਮ ਕੁਝ ਵੀ ਨਹੀਂ। ਤੂੰ ਕੀ ਹੈ ਜੀ, ਬਸ ਫਿਰ ਇਸ ਜਗ੍ਹਾ ਤੇ ਰਿਸ਼ਤਾ ਵੀ ਨਾ ਕਰੋ, ਕੰਮ ਖਤਮ ਕਰੋ। ਜਦੋਂ ਹੋ ਨਹੀਂ ਗਿਆ ਤੇ ਉਹ ਤੁਸੀਂ ਦੇਖ ਲਵੋ ਹੁਣ ਜਿਹੜੇ ਤਾਂ ਮਾਸ਼ਰੇ 'ਚ ਨਜ਼ਰ ਆ ਰਹੇ ਹੈ ਕਿ ਲੜਕੀਆਂ ਜਿਹੜੀਆਂ ਨੇ ਉਹ ਸ਼ਾਦੀਆਂ ਨਹੀਂ ਹੋ ਰਹੀਆਂ ਜ਼ਿਆਦਾ। ਹਾਂ, ਸਹੀ ਗੱਲ ਹੈ। ਉਹ ਕਹਿ ਰਹੀਆਂ ਨੇ ਕਿ ਵੀ ਨਹੀਂ, ਲੜਕੀਆਂ ਇਨਕਾਰ ਕਰ ਰਹੀਆਂ। ਇਹਦੇ ਵਿੱਚ ਮੈਂ ਆਈ ਊਡ ਲਾਈਕ ਟੂ ਇੱਕ ਐਡ ਕਰਾਂਗੀ ਗੱਲ। ਮੇਰਾ ਇਹ ਖਿਆਲ ਹੈ ਕਿ ਇਹ ਕਰ ਦੇਣਾ ਜਾਂ ਜਹੇਜ਼ ਦੇਣਾ, ਇਹ ਮਤਲਬ ਮਾੜਾ ਬੰਦਾ ਤੇ ਵਿਚਾਰਾ ਅਫੋਰਡ ਹੀ ਨਹੀਂ ਕਰ ਸਕਦਾ। ਔਰ ਤੁਹਾਡੀ ਮੈਜੋਰਟੀ ਸਾਡੇ ਮੁਲਕ ਦੀ ਜਿਹੜੀ ਕਲਾਸ ਹੈ ਉਹ ਮਿਡਲ ਕਲਾਸ ਹੈ ਜਾਂ ਲੋਅਰ ਮਿਡਲ ਕਲਾਸ ਹੈ, ਜਿਨ੍ਹਾਂ ਦੀ ਬੱਚੀਆਂ ਵਿਆਹਣਾ ਹੀ ਬੜਾ ਮੁਸ਼ਕਿਲ ਹੈ, ਬਿਲੋ ਪਾਵਰਟੀ ਲੈਵਲ। ਹਾਂ, ਯੈਸ। ਤਾਂ ਮੈਂ ਸਮਝਦੀ ਹਾਂ ਕਿ ਇਹ ਅਗਰ ਤੁਸੀਂ ਤੁਹਾਡਾ ਜੋ ਕੁਐਸਚਨ ਸੀ, ਅਗਰ ਆਪ ਬੱਚਿਆਂ को ਤੁਸੀਂ ਐਮਪਾਵਰ ਕਰਨਾ ਹੈ ਤੁਸੀਂ, ਤਾਂ ਉਹਦੀ ਸਭ ਤੋਂ ਇੰਪੋਰਟੈਂਟ ਗੱਲ ਹੈ ਕਿ ਤੁਸੀਂ ਉਹਨਾਂ ਨੂੰ ਤਾਲੀਮ ਦਿਓ। ਜਦੋਂ ਤੁਸੀਂ ਤਾਲੀਮ ਦਿਓਗੀ ਉਹ ਐਮਪਾਵਰ ਹੋਣਗੀਆਂ, ਕੱਲ੍ਹ ਨੂੰ ਨੌਕਰੀਆਂ ਕਰਨਗੀ, ਆਪਣੇ ਪੈਰਾਂ 'ਤੇ ਖੜੀ ਹੋ ਜਾਣਗੀਆਂ। ਉਹਨਾਂ ਨੂੰ ਬੰਦਿਆਂ ਦੀ, ਅਗਰ ਅੱਲਾ ਨਾ ਕਰੇ ਕੋਈ ਉਹਨਾਂ ਦੀ ਸ਼ਾਦੀ ਨਹੀਂ ਚੱਲਦੀ, ਕਮ ਸੇ ਕਮ ਉਹਨਾਂ ਕੋਲ ਤਾਲੀਮ ਹੋਏਗੀ, ਉਹ ਸਰਵਾਈਵ ਕਰ ਸਕਣਗੀਆਂ ਇਸ ਮੁਆਸ਼ਰੇ 'ਚ, ਕੋਈ ਨੌਕਰੀ ਕਰ ਲੈਣਗੀਆਂ। ਸੋ ਮੈਂ ਸਮਝਦੀ ਹਾਂ ਕਿ ਅਗਰ ਔਰਤ ਨੂੰ ਐਮਪਾਵਰ ਕਰਨਾ ਹੈ ਤਾਂ ਦੇਖੋ ਉਹਦੀ ਮੁਆਸ਼ੀ ਯਾਨੀ ਇਕਨੋਮਿਕ ਐਮਪਾਵਰਮੈਂਟ ਸਭ ਤੋਂ ਇੰਪੋਰਟੈਂਟ ਹੈ।